ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਬਾ ਕਬੀਰ ਜੀ ਦੀ ਬਾਣੀ ਗੌੜੀ ਰਾਗ ਦੇ ਵਿੱਚ 52 ਅੱਖਰੀ। ਕੱਲ੍ਹ ਆਪਾਂ 52 ਅੱਖਰ ਤੱਕ ਵਿਚਾਰ ਕੀਤੀ ਸੀ। ਵਾਹ ਵਾਹ ਵਾਹੀ ਜਾਨੀਐ, ਵਾਹ ਜਾਣੇ ਇਹ ਹੋਏ, ਇਹ ਅਰ ਉਹ ਜਬ ਮਿਲੈ ਤਬ ਮਿਲਤ ਨ ਜਾਣੈ ਕੋਇ। ਕਿ ਉਸ ਪ੍ਰਭੂ ਨੂੰ ਜਾਣਨਾ ਹੈ, ਕਿਉਂਕਿ ਜਿਹੜਾ ਉਸ ਨੂੰ ਜਾਣਦਾ ਹੈ ਉਹ ਸਾਨੂੰ ਉਸ ਦਾ ਗਿਆਨ ਦਿੰਦਾ ਹੈ। ਜਦੋਂ ਉਸ ਨੂੰ ਜਾਣ ਲੈਂਦੇ ਹਾਂ ਅਤੇ ਅਸੀਂ ਵੀ ਉਸ ਦਾ ਰੂਪ ਹੋ ਜਾਂਦੇ ਹਾਂ। ਜਦ ਸਾਡੀ ਜੋਤ, ਕਿਉਂਕਿ ਪਰਮੇਸ਼ਰ ਵੀ ਪ੍ਰਕਾਸ਼ ਰੂਪ ਹੈ ਅਤੇ ਅਸੀਂ ਵੀ ਮਨ ਵੀ ਪ੍ਰਕਾਸ਼ ਰੂਪ ਹੈ। ਜਦ ਜੋਤ ਜੋਤ 'ਚ ਮਿਲ ਜਾਂਦੀ ਹੈ ਤਾਂ ਆਪਾ ਖਤਮ ਹੋ ਜਾਂਦਾ ਹੈ, ਪਰ ਜੋ ਇਸ ਨੂੰ ਅਗਿਆਨ ਲੈਂਦਾ ਹੈ ਉਸੇ ਨੂੰ ਸੋਝੀ ਆਉਂਦੀ ਹੈ। ਜੋ ਇਹ ਅਭਿਆਸ ਕਰਦਾ ਹੈ ਧਿਆਨ ਦਾ, ਨੇਤਰਾਂ ਦਾ ਸ਼ਿੰਗਾਰ ਕਰਦਾ ਹੈ, ਉਹੀ ਜਾਣਦਾ ਹੈ, ਹੋਰ ਇਸ ਨੂੰ ਨਹੀਂ ਜਾਣਦਾ ਦੂਜਾ, ਕਿਉਂਕਿ ਅਦਿਸ਼ਟ ਹੈ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ। ਆਓ ਅੱਗੇ ਸ਼ੁਰੂ ਕਰਦੇ ਹਾਂ। ਸੱਸਾ ਅੱਖਰ, ਰਾੜੇ ਅੱਖਰ ਤੋਂ ਵਿਚਾਰ ਨਹੀਂ ਹੈ ਇੱਥੇ। ਰਾੜਾ ਅੱਖਰ ਛੱਡਿਆ ਵਿੱਚ ਹੈ ਨਹੀਂ। ਸੱਸਾ ਫਿਰ ਸੱਸਾ ਸੋ ਨੀਕਾ ਕਰ ਸੋਦੋ, ਘਟ ਪਰਚਾ ਕੀ ਬਾਤ ਨਿਰੋਧੋ। ਆਪਣੇ ਆਪ ਨੂੰ ਸੋਧਣਾ ਹੈ, ਆਪਣੇ ਆਪ ਨੂੰ ਚੰਗਾ ਬਣਾਉਣਾ ਹੈ। ਕਿਵੇਂ ਮਨ ਨੂੰ ਸੋਧਿਆ ਜਾਂਦਾ ਹੈ? ਜਦੋਂ ਅਸੀਂ ਆਪਣੇ ਘਟ ਦਾ ਪਹਿਚਾਣ ਕਰਦੇ ਹਾਂ ਕਿ ਸਾਡੇ ਘਟ ਦੇ ਵਿੱਚ ਉਹ ਕਿਹੜਾ ਦਰ ਹੈ ਜਿੱਥੋਂ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਘਟ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵਿਚਾਰਿਆ ਸੀ, ਕਿੱਥੇ ਘਾਟ ਹੈ ਜਿੱਥੋਂ ਅਸੀਂ ਗੁਰ ਦੇ ਸ਼ਬਦ 'ਤੇ ਚੜ੍ਹ ਕੇ ਸੁਰਤੀ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ। ਇਹ ਘਟ ਦੀ ਆਪਾਂ ਗਿਆਨ ਲੈਣਾ ਹੈ। ਘਟ ਪਰਚਾ ਹੈ ਜੋ ਉਪਜੈ ਪਾਓ। ਫਿਰ ਜਿਹੜੇ ਘਟ ਦੀ ਪਹਿਚਾਣ ਕਰ ਲੈਂਦੇ ਨੇ, ਗਿਆਨ ਪ੍ਰਾਪਤ ਕਰ ਲੈਂਦੇ ਨੇ, ਫਿਰ ਜਿਨ੍ਹਾਂ ਦੇ ਅੰਦਰ ਚੌ ਪੈਦਾ ਹੁੰਦਾ ਹੈ, ਪੂਰ ਰਿਹਾ ਤਹ ਤ੍ਰਿਭਵਨ ਰਹੁ। ਜਿਨ੍ਹਾਂ ਨੂੰ ਪਾ ਜਾਂਦਾ ਹੈ, ਜਿਨ੍ਹਾਂ ਨੂੰ ਚੌ ਪੈਦਾ ਹੁੰਦਾ ਹੈ, ਜਿਹੜੇ ਫਿਰ ਅਭਿਆਸ ਕਰਦੇ ਨੇ ਪਿਆਰ ਦੇ ਵਿੱਚ, ਉਹਨਾਂ ਨੂੰ ਸਾਰੇ ਪਾਸੇ ਹੀ ਪਰਮੇਸ਼ਰ ਰੱਬ ਰਿਹਾ ਨਜ਼ਰ ਆਉਂਦਾ ਹੈ। ਪੂਰਾ ਹੈ, ਕੋਈ ਐਸੀ ਜਗ੍ਹਾ ਹੀ ਨਹੀਂ ਜਿੱਥੇ ਉਹ ਨਹੀਂ ਹੈ। ਤ੍ਰੈ ਭਵਨਾਂ ਦਾ ਮਾਲਕ ਹੈ। ਤ੍ਰੈ ਭਵਨਾਂ ਵਿੱਚ ਵੀ ਹਰ ਥਾਂ ਦਿਸਦਾ ਹੈ, ਚੌਥੇ ਪਦ ਦੇ ਵਿੱਚ ਤਾਂ ਹੈ ਹੀ। ਖੱਖਾ ਖੋਜ ਪਰੈ ਜੋ ਕੋਈ। ਫਿਰ ਇਹ ਅੱਖਰ ਉਹ ਨੇ ਜਿੱਥੇ ਆਪਾਂ 35 ਅੱਖਰਾਂ ਦੇ ਵਿੱਚ ਰਾੜੇ ਅੱਖਰ ਤੋਂ ਬਾਅਦ ਫਿਰ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ ਐਵੇਂ ਆਉਂਦੇ ਹਾਂ, ਪੜ੍ਹਦੇ ਹਾਂ। ਉਵੇਂ ਹੀ ਇੱਥੇ ਹੁਣ ਸੱਸਾ ਆਇਆ ਪਹਿਲਾਂ, ਫਿਰ ਖੱਖਾ ਅੱਖਰ ਹੈ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਹੁਣ ਜਿਹੜਾ ਖੋਜ ਲੈਂਦਾ ਹੈ
ਪਰਮੇਸ਼ਰ ਦੀ ਖੋਜ ਕਰ ਲੈਂਦਾ, ਆਪਣੇ ਆਪ ਦੀ ਜਾਣ ਲੈਂਦਾ, ਆਪਣੇ ਆਪ ਦੀ ਖੋਜ ਕਰ ਲੈਂਦਾ ਹੈ, ਉਸ ਨੂੰ ਫਿਰ ਦੁਬਾਰਾ ਜਨਮ ਮਰਨ ਦੇ ਵਿੱਚ ਨਹੀਂ ਆਉਣਾ ਪੈਂਦਾ। ਖੋਜ ਬੂਝ ਜੋ ਕਰੇ ਵਿਚਾਰਾ, ਖੋਜਦਾ ਹੈ, ਬੁੱਝਦਾ ਹੈ, ਫਿਰ ਉਸ ਦੀਆਂ ਜੋ ਵਿਚਾਰਾਂ ਕਰਦਾ ਹੈ। ਕਿਉਂਕਿ ਜਦ ਤੱਕ ਜਾਣਿਆ ਨਹੀਂ, ਹੁਣ ਸੰਸਾਰ ਕੀ ਹੈ ਕਿ ਗੱਲਾਂ ਤਾਂ ਸਾਰੇ ਕਰਦੇ ਪਰ ਜਾਣਿਆ ਨਹੀਂ ਹੈ, ਖੋਜਿਆ ਨਹੀਂ ਹੈ। ਖੋਜਣਾ ਕਿਸ ਨੂੰ ਸੀ? ਕਾਇਆ ਨੂੰ। ਗੁਰਮੁਖ ਹੋਵੇ ਸੋ ਕਾਇਆ ਖੋਜਿਆ ਘਟ ਦਾ, ਜਿੱਥੇ ਆਪਾਂ ਪਹਿਲਾਂ ਹੀ ਵਿਚਾਰਿਆ ਹੈ ਕਿ ਆਪਣੇ ਘਟ ਦਾ ਗਿਆਨ ਲੈਣਾ ਸੀ, 10 ਦੁਆਰਾਂ ਦਾ ਗਿਆਨ ਲੈਣਾ ਸੀ, ਪਰ ਖੋਜਦਾ ਨਹੀਂ। ਜਿਹਨੇ ਖੋਜ ਲਿਆ ਉਹ ਜਨਮ ਮਰਨ ਤੋਂ ਮੁਕਤ ਹੋ ਗਿਆ। ਉਹ ਫਿਰ ਵਿਚਾਰ ਕਰਦਾ ਹੈ। ਤੋ ਭਵਜਲ ਤਰਤ ਨ ਲਾਵੈ ਬਾਰਾ, ਫਿਰ ਸਾਨੂੰ ਘੜੀ ਵੀ ਨਹੀਂ ਲੱਗਦੀ ਭਵਜਲ ਪਾਰ ਕਰਨ ਨੂੰ। ਜਿਹਨੇ ਖੋਜ ਲਿਆ, ਬੁੱਝ ਲਿਆ, ਆਪ ਉਸ ਮਾਰਗ 'ਤੇ ਚੱਲਦਾ ਹੈ ਅਤੇ ਇੱਕ ਛਿਣ ਦੇ ਵਿੱਚ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ। ਕਿਉਂਕਿ ਇੱਕ ਛਿਣ ਦਾ ਖੇਡ ਹੈ। ਇੱਕ ਛਿਣ ਦੇ ਵਿੱਚ ਆਪਾਂ ਇੱਧਰ ਆ ਸਕਦੇ ਕਾਲ ਦੇ ਦੇਸ਼ ਵਿੱਚ। ਇੱਕ ਛਿਣ 'ਤੇ ਆ ਕੇ ਹੀ ਕਾਲ ਤੋਂ ਨਿਕਲ ਕੇ ਮਾਲਕ 'ਚ ਸਮਾ ਸਕਦੇ ਹਾਂ। ਏਕ ਚਿੱਤ ਜੇ ਇੱਕ ਛਿਣ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਫਿਰ ਸੱਸਾ ਖਤ ਹੈ, ਸੱਸਾ ਸੋ ਸਹੈ ਸੇਜ ਸਵਾਰੈ। ਹੁਣ ਸਮਝਾਉਂਦੇ ਨੇ ਵੀ ਜੋ ਸੇਜ ਤੋਂ ਸਵਾਰਦਾ ਹੈ। ਸੇਜਾ ਕੀ ਹੈ? ਸਾਡੇ ਸਰੀਰ ਦੇ ਵਿੱਚ ਜਿੱਥੇ ਮਾਲਕ ਨੇ ਆ ਕੇ ਸਾਡੇ ਨਾਲ ਇੱਕ ਥਾਂ 'ਤੇ ਇਕੱਠੇ ਹੋਣਾ ਹੈ, ਉਹ ਸੇਜਾ ਹੈ ਸਾਡਾ ਜੋ ਹਿਰਦਾ ਹੈ। ਹਿਰਦੇ ਦੇ ਵਿੱਚ ਪ੍ਰਗਟ ਹੋਣਾ ਹੈ, ਹਿਰਦੇ ਦੇ ਵਿੱਚ ਵਸਣਾ ਹੈ। ਉੱਥੇ ਅਸੀਂ ਆਪਣੇ ਪ੍ਰਭੂ ਦੇ ਵਾਸਤੇ ਹਿਰਦੇ ਨੂੰ ਨਿਰਮਲ ਕਰਦੇ ਹਾਂ। ਸੋਈ ਸਹੀ ਸੰਦੇਹ ਨਿਵਾਰੈ, ਉਹੀ ਹੈ ਫਿਰ ਉਸ ਦਾ ਹੀ ਭਰਮ ਦੂਰ ਹੁੰਦਾ ਹੈ। ਜੇ ਆਪ ਸਵਾਰੀ ਹੈ ਆਪਣੀ ਸੇਜ, ਦੂਜੇ ਨੂੰ ਵੀ ਦੱਸਦਾ ਵੀ ਇੱਦਾਂ ਆਪਾਂ ਹਿਰਦੇ ਦੇ ਵਿੱਚ ਹਿਰਦੇ ਨੂੰ ਨਿਰਮਲ ਕਰਨਾ ਹੈ। ਹਿਰਦੇ ਦੇ ਵਿੱਚ ਸਿਰ ਦਾ ਸਵਾਰ ਕੇ ਫਿਰ ਹਿਰਦੇ ਵਿੱਚ ਉਸ ਦੀ ਉਡੀਕ ਕਰਨੀ ਹੈ। ਫਿਰ ਉਹ ਪ੍ਰਗਟ ਹੁੰਦਾ ਹੈ, ਸਾਡੇ ਸੰਸ਼ੇ ਦੂਰ ਹੁੰਦੇ ਨੇ, ਭਰਮ ਦੂਰ ਹੁੰਦੇ ਨੇ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਉੱਥੇ ਫਿਰ ਅਲਪ ਸੁੱਖ ਜਿਹੜੇ ਥੋੜ੍ਹੇ ਸੰਸਾਰ ਦੇ ਕੁਝ ਸਮੇਂ ਦੇ ਸੁੱਖ, ਇਹਨਾਂ ਸੁੱਖਾਂ ਨੂੰ ਛੱਡ ਕੇ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸਦੀਵੀ ਸੁੱਖ ਹੈ। ਤਬ ਇਹ ਤਿਰਿਆ ਉਹ ਕੰਤ ਕਹਾਵਾ, ਫਿਰ ਸਾਨੂੰ ਸੁਹਾਗਣ ਕਹਿ ਦਿੱਤਾ ਹੈ, ਧਨ ਕਹਿ ਦਿੱਤਾ ਹੈ, ਪਤਨੀ ਕਹਿ ਦਿੱਤਾ ਹੈ, ਅਤੇ ਉਹ ਪਤੀ ਹੈ। ਜਦ ਆਪ ਸਾਡੀ ਸੇਜਾ 'ਤੇ ਆਉਂਦਾ ਹੈ, ਪਰ ਤਾਂ ਇਹ ਆਉਂਦਾ ਜੇ ਅਸੀਂ ਆਪਣੀ ਸੇਜਾ ਨੂੰ ਸਵਾਰਦੇ ਹਾਂ। ਕਿਉਂਕਿ ਸਤਿਗੁਰ ਸਮਝਾਉਂਦੇ ਨੇ ਕੁਛ ਜੀਵ ਐਸੇ ਨੇ ਕਿ ਉਹ ਵੀ ਸੁਹਾਗਣ ਕਹਾਉਂਦੇ ਨੇ, ਪਰ ਹੈ ਗੱਲਾਂ ਦੇ ਨਾਲ। ਨਾ ਤਾਂ ਉਹਨਾਂ ਨੇ ਉਸ ਨੂੰ ਦੇਖਿਆ ਹੈ, ਨਾ ਉਸ ਦੇ ਨਾਲ ਭੋਗ ਕੀਤਾ ਹੈ, ਅਤੇ ਨਾ ਕਦੇ ਸੰਭਲਿਆ ਹੈ, ਨਾ ਕਦੇ ਮਿਲਿਆ ਹੈ, ਪਰ ਗੱਲਾਂ ਦੇ ਨਾਲ ਸੁਹਾਗਣ ਕਹਿੰਦੇ ਨੇ। ਪਰ ਗੁਰਬਾਣੀ ਅਨੁਸਾਰ ਦੱਸਦੇ ਨੇ ਜਿਹੜੇ ਸੇਜ ਸਵਾਰਦੇ ਨੇ, ਸੇਜਾ 'ਤੇ ਆਉਂਦਾ ਹੈ, ਸੰਦੇਹ ਭਰਮ ਦੂਰ ਹੋ ਜਾਂਦਾ ਹੈ, ਤਾਂ ਫਿਰ ਜਾ ਕੇ ਅਸੀਂ ਤਿਰਿਆ ਬਣਦੇ ਹਾਂ, ਅਤੇ ਉਹ ਕੰਤ ਤਿਰਿਆ ਕਹਿ ਦਿੱਤਾ ਹੈ ਪਤਨੀ ਨੂੰ, ਔਰਤ ਨੂੰ, ਅਤੇ ਕੰਤ ਕਹਿ ਦਿੱਤਾ ਹੈ ਪਤੀ ਨੂੰ। ਜੇ ਮਹਾਰਾਜ ਸਮਝਾਉਂਦੇ ਨੇ ਨੰਨਾ ਨਾ ਭੋਗ ਨਿਤ ਭੋਗੈ, ਨਾ ਡਿੱਠਾ ਨਹਿ ਡਿੱਠਾ ਨਹਿ ਸੰਭਲਿਆ, ਗੱਲੀ ਹੋ ਸੁਹਾਗਣ ਪੈਣੇ, ਕੰਤ ਨ ਕਬਹੂ ਮੈਂ ਮਿਲਿਆ। ਪਰ ਗੁਰਬਾਣੀ ਅਨੁਸਾਰ ਉਹ ਸੁਹਾਗਣ ਨਹੀਂ ਹੈ। ਹਾਹਾ ਹੋਤ ਹੋਏ ਨਹੀਂ ਜਾਨਾ। ਹੁਣ ਸਮਝਾਉਂਦੇ ਨੇ ਵੀ ਜਦ ਤੱਕ
ਅਸੀਂ ਐਵੇਂ ਨਹੀਂ ਕਰਦੇ, ਉਹਨੂੰ ਜਾਣ ਨਹੀਂ ਸਕਦੇ। ਪਰਮੇਸ਼ਰ ਹੈ, ਉਸ ਦੀ ਵੀ ਹੈ, ਕਿਉਂਕਿ ਬਹੁਤ ਸਾਰੇ ਤਾਂ ਕਹਿੰਦੇ ਰੱਬ ਹੈ ਹੀ ਨਹੀਂ। ਉਹ ਹੈ, ਕਿਉਂਕਿ ਜੇ ਉਹ ਹੈ ਉਸ ਤੋਂ ਬਾਅਦ ਹੀ ਉਸੇ ਦੀ ਸਿਰਜਣਾ ਹੈ, ਫਿਰ ਹੀ ਅਸੀਂ ਹਾਂ। ਜੋ ਨਾ ਹੁੰਦਾ ਅਸੀਂ ਨਹੀਂ ਹੋ ਸਕਦੇ ਸੀ। ਉਹ ਹੈ, ਪਰ ਉਸ ਨੂੰ ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦੇ, ਜੀਵ ਦੇਖਦਾ ਨਹੀਂ ਹੈ। ਫਿਰ ਜਦੋਂ ਗਿਆਨ ਲੈਂਦਾ ਹੈ, ਫਿਰ ਜਾ ਕੇ ਉਸ ਨੂੰ ਅਸੀਂ ਪਹਿਚਾਣਦੇ ਹਾਂ। ਹਾਂ ਹਾਂ ਹੋਤ ਹੋਏ ਨਹੀਂ ਜਾਣਨਾ, ਜਬ ਹੀ ਹੋਏ ਤਬੈ ਮਨ ਮਨ। ਪਰ ਜਦੋਂ ਗੁਰ ਦਾ ਗਿਆਨ ਲੈ ਕੇ ਪ੍ਰਗਟ ਹੋ ਜਾਂਦਾ ਹੈ, ਪਹਿਲਾਂ ਗੁਪਤ ਹੈ, ਫਿਰ ਅਸੀਂ ਉਸ ਨੂੰ ਦੇਖ ਕੇ ਫਿਰ ਮਨ ਮੰਨਦਾ ਹੈ ਤਾਂ ਸਹੀ ਲਖ ਹੈ ਜੋ ਕੋਈ। ਕਹਿੰਦੇ ਹੈ ਤਾਂ ਹੈ, ਪਰ ਲਖਣਾ ਔਖਾ ਹੈ। ਜੇ ਕੋਈ ਲਖ ਲਵੇ ਉਸ ਨੂੰ, ਅਲਖ ਨੂੰ ਲਖ ਲਵੇ, ਫਿਰ ਹੀ ਪ੍ਰਗਟ ਹੁੰਦਾ ਹੈ। ਕਿਉਂਕਿ ਨਾ ਲਖਣ ਕਰਕੇ ਹੀ ਜੀਵ ਕਹਿ ਦਿੰਦੇ ਨੇ ਕਿ ਰੱਬ ਹੈ ਨਹੀਂ। ਜਿਵੇਂ ਸਾਨੂੰ ਦੱਸਿਆ ਹੈ ਕਿ ਜਿਸ ਚੀਜ਼ ਤੱਕ ਅਸੀਂ ਪੜ੍ਹ ਨਹੀਂ ਸਕਦੇ, ਅਸੀਂ ਕਹਿ ਦਿੰਦੇ ਉਹ ਹੈ ਹੀ ਨਹੀਂ। ਜਾਂ ਕਹਿ ਦਿੰਦੇ, ਜਿਵੇਂ ਕਹਿੰਦੇ ਨੇ ਗਿੱਦੜ ਦਾ ਅੱਖ ਨਾ ਪੜ੍ਹੈ, ਅੱਖ ਹੈ ਥੂ ਕੌੜੀ, ਨੱਚਣ ਆਪ ਨਾ ਜਾਣੀ, ਅੱਖ ਹੈ ਪੌਂਸੌੜੀ। ਇਸ ਕਰਕੇ ਕਸੂਰ ਕੱਢ ਦਿੰਦੇ ਕਿ ਹੈ ਹੀ ਨਹੀਂ, ਪਹੁੰਚਿਆ ਸਾਤੋਂ ਨਹੀਂ ਜਾਂਦਾ। ਤਬ ਉਹੀ ਉਹ ਇਹ ਨਾ ਹੋਈ। ਜਦੋਂ ਉਹਨੂੰ ਲੱਖ ਲਿਆ, ਫਿਰ ਆਪਾ ਖਤਮ ਹੋ ਜਾਂਦਾ, ਫਿਰ ਉਹੀ ਰਹਿ ਜਾਂਦਾ ਹੈ। ਫਿਰ ਮਨ ਨਹੀਂ ਰਹਿੰਦਾ, ਫਿਰ ਪਰਮੇਸ਼ਰ ਹੀ ਰਹਿ ਜਾਂਦਾ, ਆਪਾ ਖਤਮ ਹੋ ਜਾਂਦਾ। ਪਰ ਜਦੋਂ ਉਸ ਨੂੰ ਕੋਈ ਲੱਖ ਲੈਂਦਾ ਹੈ, ਅਲਖ ਨੂੰ ਲਖਣਾ ਹੈ, ਲੱਖ ਨੂੰ ਲਖਣ ਦੇ ਵਾਸਤੇ ਆਪਣੇ ਆਪ ਨਹੀਂ ਲਖਿਆ ਜਾਂਦਾ। ਨਾਨਕ ਅਲਖ ਨਾ ਲਖੀਆ, ਗੁਰਮੁਖ ਦੇ ਦਿਖਾਲ। ਜਿਹੜੇ ਗੁਰਮੁਖ ਨੇ ਉਹ ਸਾਨੂੰ ਗਿਆਨ ਦੇ ਕੇ ਦਿਖਾਲ ਦਿੰਦੇ ਨੇ। ਆਪਣੇ ਆਪ ਕਮਾਂਗੇ, ਅਲਖ ਨੂੰ ਲਖ ਲਈਏ, ਨਹੀਂ ਲਖ ਸਕਦੇ। ਲਿਉ ਲਿਉ ਕਰਤ ਫਿਰੈ ਸਭ ਲੋਕ, ਹੁਣ ਲੱਲੇ ਅੱਖਰ ਤੋਂ ਹੈ। ਸਾਰੇ ਲਿਉ ਲਿਉ ਮਾਇਆ ਦੇ ਨਾਲ ਨੂੰ ਪਾਲਦੇ, ਮਾਇਆ ਨੂੰ ਲੋਚਦੇ ਫਿਰਦੇ ਨੇ ਸਾਰੇ ਹੀ। ਲੀਲਿਉ ਕਰਤ ਫਿਰੈ ਸਭ ਲੋਕ, ਤਾ ਕਾਰਨ ਵਿਆਪੈ ਬਹੁ ਸੋਗ। ਕਿਉਂਕਿ ਮਾਲਕ ਵੱਲ ਧਿਆਨ ਹੀ ਨਹੀਂ ਹੈ, ਮਾਇਆ ਦੇ ਵਿੱਚ ਹੀ ਧਿਆਨ ਹੈ, ਇਸ ਕਰਕੇ ਦੁਖੀ ਨੇ, ਸੋਗ ਹੈ। ਲਖਮੀ ਬਰਸੋ ਜੋ ਲਿਉ ਲਾਏ ਲਾਵੇ। ਜੋ ਮਾਇਆ ਦਾ ਵੀ ਮਾਲਕ ਹੈ, ਜਿਸ ਦੀ ਮਾਇਆ ਵੀ ਦਾਸੀ ਹੈ, ਜੇਕਰ ਉਸ ਦੇ ਨਾਲ ਪ੍ਰੀਤ ਜੋੜ ਲਵੇ, ਸੋਗ ਮਿਟੈ ਸਭ ਹੀ ਸੁਖ ਪਾਵੇ। ਫਿਰ ਸੋਗ ਜਿਹੜਾ ਹੈ, ਦੁਖੀ ਹੈ ਜੀਵ, ਖੁਸ਼ੀ ਨਹੀਂ ਹੁੰਦੀ, ਫਿਰ ਉਹ ਸੁਖ ਪ੍ਰਾਪਤ ਕਰਦਾ ਹੈ। ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਖੱਖਾ ਖਿਰਤ ਖਾਪਤ ਗਏ ਕੇਤੇ। ਸਮਝਾਉਂਦੇ ਨੇ ਕਿ ਕਿੰਨੇ ਲੋਕ ਸੰਸਾਰ 'ਚੋਂ ਖੱਪ ਕੇ ਚਲੇ ਜਾਂਦੇ ਨੇ, ਮਰ ਜਾਂਦੇ ਨੇ। ਖਿਰਤ ਖਪਤ ਅਜਹੂ ਨਹਿ ਚੇਤੇ। ਕਈ ਹਾਲੇ ਖਿਰਤ ਵਿੱਚ ਉਲਝੇ ਹੋਏ ਨੇ, ਖਪ ਰਹੇ ਨੇ। ਕਈ ਖਪ ਗਏ, ਕਈ ਖਪ ਰਹੇ ਨੇ, ਮਾਇਆ ਦੇ ਵਿੱਚ ਉਲਝ ਕੇ ਰਹਿ ਗਏ ਨੇ। ਪਰ ਹਾਲੇ ਵੀ ਮਾਲਕ ਨੂੰ ਚੇਤੇ ਨਹੀਂ ਕਰਦੇ। ਕੁਛ ਤਾਂ ਚਲੇ ਗਏ ਲੋਕ, ਖਪ ਕੇ ਚਲੇ ਗਏ ਸੰਸਾਰ 'ਚੋਂ, ਅਤੇ ਕੁਛ ਖਪ ਰਹੇ ਨੇ, ਪਰ ਉਹ ਵੀ ਮਾਲਕ ਨੂੰ ਚੇਤੇ ਨਹੀਂ ਕਰਦੇ। ਅਬ ਜਗ ਜਾਨ ਜੋ ਮਨਾ ਰਹੇ। ਬਸ ਸਮਝਾਉਂਦੇ, ਜੇ ਹੁਣ ਅਸੀਂ ਉਸ ਨੂੰ ਜਾਣ ਲਈਏ ਅਤੇ ਜਾਣ ਕੇ ਭਰੋਸਾ ਕਰ ਲਈਏ, ਵਿਸ਼ਵਾਸ ਕਰ ਲਈਏ, ਮਨ ਡੋਲੇ ਨਾ। ਜੈ ਕਾ ਵਿਛੜਾ ਤਹ ਥਿਰ ਲਹੈ। ਫਿਰ ਜਿੱਥੋਂ ਵਿਛੜਿਆ ਸੀ ਉਹ ਸਥਿਰ ਘਰ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਥਿਰ ਥਾਂ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਫਿਰ ਖਪਦੇ ਰਵਾਂਗੇ, ਬਾਰ ਬਾਰ ਜੰਮਦੇ ਮਰਦੇ ਰਵਾਂਗੇ, 84 ਲੱਖ ਜੂਨਾਂ ਨੂੰ
ਭੋਗਾਂਗੇ। 52 ਅੱਖਰ ਜੋੜੇ ਹਨ। ਹੁਣ 52 ਅੱਖਰ ਜੋੜ ਦਿੱਤੇ, ਜੋੜਨ ਵਾਲਿਆਂ ਨੇ ਕਿੰਨਾ ਕੁਛ ਲਿਖ ਦਿੱਤਾ ਸੰਸਾਰ ਦੇ ਵਿੱਚ, ਕਿਤਾਬਾਂ ਦਾ ਕੋਈ ਅੰਤ ਨਹੀਂ ਹੈ। ਸਕਿਆ ਨਾ ਅੱਖਰ ਏਕ ਪਛਾਣ, ਪਰ ਇੱਕ ਅੱਖਰ ਸੀ ਉਹ ਅਸੀਂ ਨਹੀਂ ਪਹਿਚਾਣਿਆ। ਉਹ ਅੱਖਰ ਕਿਹੜਾ ਸੀ? ਜਿਹੜਾ ਸਾਨੂੰ ਪ੍ਰਭੂ ਨੂੰ ਮਿਲਾਉਂਦਾ ਹੈ। ਜਿੱਥੇ ਅੱਖਰ ਖਤਮ ਹੋ ਜਾਂਦਾ ਉੱਥੋਂ ਪ੍ਰਮਾਤਮਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਉਸ ਅੱਖਰ ਦੀ ਪਹਿਚਾਣ ਨਹੀਂ ਕੀਤੀ। ਸਤ ਕਾ ਸ਼ਬਦ ਕਬੀਰਾ ਕਹੈ, ਤੇ ਉਹ ਅੱਖਰ ਜੋ ਸੱਚਾ ਸ਼ਬਦ ਹੈ ਪਰਮੇਸ਼ਰ ਦਾ, ਉਹ ਬਾਬਾ ਕਬੀਰ ਜੀ ਗਿਆਨ ਦਿੰਦੇ ਨੇ। ਉਹ ਦੱਸਦੇ ਨੇ ਵੀ ਆਓ ਕਿਵੇਂ ਆਪਾਂ ਉਸ ਅੱਖਰ ਦੁਆਰਾ ਮਾਲਿਕ ਨੂੰ ਮਿਲਣਾ ਹੈ, ਜੋ ਸੱਚ ਦਾ ਅੱਖਰ ਹੈ। ਪੰਡਤ ਹੋਏ ਸੋ ਅਨਪੜ੍ਹ ਰਹੇ। ਜਿਹੜੇ ਪੰਡਤ ਲੋਕ ਨੇ, ਪੰਡਤ ਦਾ ਮਤਲਬ ਹੈ ਜਿਨ੍ਹਾਂ ਨੇ ਮਾਲਿਕ ਨੂੰ ਜਾਣ ਲਿਆ ਹੈ। ਸੋ ਪੰਡਤ ਜੋ ਮਨ ਪ੍ਰਬੋਧਾ ਰਾਮ ਨਾਮ ਆਤਮ ਮੈਂ ਸੋਧਾ। ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੈ, ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦਾ ਬਸਾਵੈ। ਸੋ ਪੰਡਤ ਫਿਰ ਜੋ ਨ ਆਵੈ, वेद पुराण सिमरत बूझै मूल, सुख में जाने अस्थूल। चौ वर्णा को दे उपदेश, नानक उस पंडित को सदा आदेश। ऐसा पंडित, नहीं तो पांडे दूजे भी ने ਜਿਹੜੇ ਵੇਖਦੇ ਨੇ, पर ਇੱਥੇ उस पंडित की गल की थी जिसने परमेश्वर ਨੂੰ जान लिया है। ਉਹ फिर उस अवस्था ਦੇ ਵਿੱਚ ਟਿਕਿਆ ਹੋਇਆ ਹੈ। चौथे पद ਵਿੱਚ पंडित होए सो अनपढ़ रहे, अनपढ़ रहे। पंडित लोगों को व्यवहार, हुण ये पंडित लोगों का व्यवहार है। ज्ञानवंत को तत् विचार, जिहड़े ज्ञानवंत ने, जिहड़े पंडित लोग ने, पंडित लोगों को व्यवहार। हुण पंडित दो तरह के ने, एक पंडित जिहड़ा अनपढ़ रहिंदा, एक पंडित ने जिहड़े संसार दे विच सिर्फ गल्लां ही करदे ने, कारो विहार दियां, तन दियां, इतिहास दियां, पर परमेश्वर की गल नहीं करते, तत्त की गल नहीं करते। तत्त की गल कौन करता है? जिसनूं ज्ञान है, जिहड़ा असली पंडित है, ज्ञानवंत है। वो फिर तत्त की विचार करता है कि एक अखर की विचार करता है जिहदे नाल साडा मन निर्मल होना है। इको अखर है, इसनूं आपां पढ़दे हां, महाराज समझाउंदे ने, वेद पुराण सिमरत सब शास्त्र इन पढ़िया मुकत न होई, एक अखर जो गुरमुख जापै ताकि निर्मल सोई। हुण वो अखर का जिहड़ा ज्ञान है उसनूं जे पहचाणांगे, क्योंकि अखर असीं पढ़े ने, अखर पहचाने नहीं हैं। जद एक अखर नूं पहचान लिया फिर सानूं सारे अखरां दे विच ज्ञान प्राप्त हो जाएगा कि अखर सानूं किवें ध्यान मार्ग दे विच चलना सिखाउंदे ने। जाके जी जैसी बुध होई, हुण समझाउंदे ने भी याद है जिहदे अंदर जैसी बुद्ध है, जे तो तत्त दी विचार लैंदा है, जान लैंदा है, उसनूं उस दे अंदर वो उसनूं मिलण दा ज्ञान होएगा, असी बुद्धि होएगी। ते जे वो जाणिया नहीं वो फिर सानूं संसार तक सीमित रखेगा। कहे कबीर जानेगा सोई। जिहे जी बुद्ध लेगा, जो गुर दी मत लेगा, वो परमेश्वर नूं जान लेगा। ते जे संसार नाल जुड़िया होएगा फिर परमेश्वर नूं नहीं जान सकता। उहे जे विचारां करेगा, क्योंकि विचारां तो ही पता चलेगा कि कौन परमेश्वर नूं जानदा है, कौन नहीं जानदा। आओ इत्थे तक जिहड़ी 52 अखरी बाणी सी बाबा कबीर जी दी, जो आपां विचारी है।
ਅੱਗੇ ਸ਼ੁਰੂ ਹੁੰਦੀ ਹੈ ਥਿਤੀ ਕਬੀਰ ਜੀ ਕੀ। ਰਾਗ ਔੜੀ ਥਿਤੀ ਕਬੀਰ ਜੀ ਕੀ। ਥਿਤੀਆਂ ਜਿਹੜੀਆਂ ਨੇ 15 ਥਿਤੀਆਂ। ਸੁਦੀ ਬਦੀ। ਆਓ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਹੀ ਗਿਆਨ ਹੈ, ਪਰ ਹੋਣਾ ਹੈ ਸਤਿਗੁਰ ਦੀ ਕਿਰਪਾ ਸਦਕਾ ਓੰਕਾਰ ਧੁਨ ਹੈ, ਜਿਹਦੇ ਦੁਆਰਾ ਆਪਾਂ ਨੂੰ ਇਹ ਭੇਤ ਆਉਂਦਾ ਹੈ। ਸ਼ਲੋਕ ਹੈ ਇਸ ਵਿੱਚ। ਸ਼ਲੋਕ ਨੇ ਨਾਲ ਥਿਤੀ। ਇੱਕ ਹੀ ਸ਼ਲੋਕ ਹੈ, ਫਿਰ ਥਿਤੀ ਸ਼ੁਰੂ ਹੁੰਦੀ ਹੈ। ਫਿਰ ਇਸ ਦੇ ਵਿੱਚ ਰਹੋ ਪੰਕਤੀ ਵੀ ਇੱਕ ਆਉਂਦੀ ਹੈ। ਪਹਿਲਾਂ ਆਪਾਂ ਸ਼ਲੋਕ ਵਿਚਾਰਦੇ ਹਾਂ, ਫਿਰ ਥਿਤੀ ਦੀ ਵਿਚਾਰ ਕਰਾਂਗੇ। ਸ਼ਲੋਕ ਦੇ ਵਿੱਚ ਕੀ ਸਮਝਾਉਂਦੇ ਨੇ? 15 ਥਿਤੀ 7 ਵਾਰ। 15 ਥਿਤੀਆਂ ਨੇ ਤੇ 7 ਦਿਨ ਨੇ। ਜਿਹੜੀਆਂ ਥਿਤੀਆਂ ਨੇ 15 ਨੇ, ਲੇਕਿਨ ਇਹਨਾਂ ਦੇ ਵਿੱਚ 15 ਬਦੀ ਤੇ ਸੁਧੀ ਆਪਾਂ ਕਹਿੰਦੇ ਹਾਂ, ਚਾਨਣ ਦੀਆਂ ਤੇ ਹਨੇਰ ਦੀਆਂ। 15 ਥਿਤੀਆਂ ਐਸੀਆਂ ਹੁੰਦੀਆਂ ਨੇ ਕਿ ਚੰਦਰਮਾ ਵੱਧਦਾ ਜਾਂਦਾ ਹੈ, ਇੱਕ ਦਿਨ ਪੂਰਨ ਹੋ ਜਾਂਦਾ ਹੈ, ਪੂਰਾ ਹੋ ਜਾਂਦਾ ਹੈ, ਸਾਰੀ ਰਾਤ ਪੂਰਾ ਚੰਦਰਮਾ ਰਹਿੰਦਾ ਹੈ। ਉਸ ਤੋਂ ਬਾਅਦ ਫਿਰ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਰਾਤ ਐਸੀ ਹੁੰਦੀ ਹੈ ਕਿ ਮੱਸਿਆ ਦੀ ਰਾਤ ਆ ਜਾਂਦੀ ਹੈ, ਚੰਦਰਮਾ ਅਲੋਪ ਹੁੰਦਾ ਹੈ, ਚੰਦਰਮਾ ਚਮਕਦਾ ਨਹੀਂ ਹੈ। ਇੱਕ ਫਿਰ ਵਧਣਾ ਸ਼ੁਰੂ ਹੁੰਦਾ ਹੈ। ਕਿਸ ਤਰੀਕੇ ਨਾਲ ਹੁੰਦਾ ਹੈ ਕਿ ਸੂਰਜ ਤੇ ਚੰਦਰਮਾ, ਜਿਉਂ-ਜਿਉਂ ਸੂਰਜ ਦੀਆਂ ਕਿਰਨਾਂ ਚੰਦਰਮਾ 'ਤੇ ਪੈਂਦੀਆਂ ਨੇ, ਚੰਦਰਮਾ ਚਮਕਦਾ ਹੈ। ਜਿਸ ਦਿਨ ਜਦੋਂ ਇੱਕੋ ਦਿਸ਼ਾ ਦੇ ਵਿੱਚ ਚੰਦਰਮਾ ਅਤੇ ਸੂਰਜ ਹੁੰਦੇ ਨੇ, ਉਦੋਂ ਮੱਸਿਆ ਹੁੰਦੀ ਹੈ। ਫਿਰ ਜਦੋਂ ਸੂਰਜ ਚੰਦਰਮਾ ਵੱਲ ਨੂੰ ਜਾਂਦਾ ਹੈ, ਚੰਦਰਮਾ ਚਮਕਣਾ ਸ਼ੁਰੂ ਹੋ ਜਾਂਦਾ। ਜਿੰਨਾ ਹਿੱਸੇ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਅਤੇ ਇੱਕ ਦਿਨ ਇੱਕ ਸਮਾਂ ਐਸਾ ਆਉਂਦਾ ਹੈ ਕਿ ਚੰਦਰਮਾ ਅਤੇ ਸੂਰਜ ਆਮੋ ਸਾਹਮਣੇ ਹੋ ਜਾਂਦੇ ਨੇ ਅਤੇ ਚੰਦਰਮਾ ਚਮਕਦਾ ਹੈ। ਇੱਦਾਂ 15 ਥਿਤੀਆਂ ਨੇ। 7 ਵਾਰ ਨੇ ਹਫ਼ਤਾ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ। ਕਹਿ ਕਬੀਰ ਔਰ ਵਾਰ ਨਾ ਪਾਰ। ਹੁਣ ਬਾਬਾ ਕਬੀਰ ਸੁਣਾਉਂਦੇ ਨੇ ਕਿ ਪਰਮੇਸ਼ਰ ਦਾ ਕੋਈ ਪਾਰਾਵਾਰ ਨਹੀਂ ਹੈ, ਕਿਉਂਕਿ ਫਿਰ ਦਿਨ ਸ਼ੁਰੂ ਹੁੰਦਾ ਹੈ, ਫਿਰ ਥਿਤੀਆਂ ਆਉਂਦੀਆਂ ਨੇ, ਫਿਰ ਮੁਕਤੀਆਂ ਨੇ, ਫਿਰ ਬਦਲਦੀਆਂ ਨੇ। ਇੱਦਾਂ ਹੀ ਹਫ਼ਤਾ ਲੰਘ ਜਾਂਦਾ, ਮਹੀਨਾ ਲੱਗ ਜਾਂਦਾ ਹੈ, ਅਤੇ ਸਾਲ ਲੰਘ ਜਾਂਦੇ ਨੇ, ਕਿੰਨੇ ਯੁੱਗ ਬੀਤ ਗਏ ਨੇ। ਪਰ ਪਰਮੇਸ਼ਰ ਬੇਅੰਤ ਹੈ, ਉਸਦਾ ਕੋਈ ਪਾਰਾਵਾਰ ਨਹੀਂ ਹੈ। ਉਸ ਨੇ ਇਹਦੇ ਦੁਆਰਾ ਸੰਸਾਰ ਨੂੰ ਚਲਾਇਆ ਹੋਇਆ। ਜੋ ਗਿਆਨ ਦਿੱਤਾ ਹੈ ਪਰਮੇਸ਼ਰ ਨੇ, ਬ੍ਰਹਮਾ ਦੁਆਰਾ ਇਹ ਗਿਆਨ ਕਰਵਾਇਆ ਹੈ। ਵੇਦ ਲਿਖਾਏ ਨੇ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ, ਬਰੇ ਮਾਂ ਬਾਰ ਥਿਤੀ ਕਰ, ਇਸ ਜੁਗ ਮੇ ਸੋਝੀ ਪਾਇੰਦਾ। ਵੇਦਾਂ ਜੱਗ ਦੇ ਵਿੱਚ ਸੋਝੀ ਪਾਉਣ ਵਾਸਤੇ ਗਿਆਨ ਬ੍ਰਹਮੇ ਤੋਂ ਲਿਖਾਇਆ ਹੈ ਸਾਰਾ ਹੀ। ਸਾਧਕ ਸਿੱਧ ਲਖੈ ਜੋ ਪਿਓ। ਜਿਹੜੇ ਸਾਧਕ ਨੇ, ਜਿਹੜੇ ਸੋਝੀ ਲੈ ਲੈਂਦੇ ਨੇ, ਜਿਹੜੇ ਪਰਮੇਸ਼ਰ ਦਾ ਭੇਦ ਜਾਣ ਲੈਂਦੇ ਨੇ, ਆਪੇ ਕਰਤਾ ਆਪੇ ਦਿਓ। ਫਿਰ ਅਵਸਥਾ ਆ ਜਾਂਦੀ ਹੈ ਕਿ ਕਰਨ ਵਾਲਾ ਆਪ ਪਰਮੇਸ਼ਰ ਹੈ, ਆਪ ਜਨਾ ਦਿੰਦਾ ਹੈ ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਅਤੇ ਆਪ ਹੀ
ਇਹ ਗਿਆਨ ਕਰਵਾਉਂਦਾ ਹੈ। ਆਪ ਹੀ ਇਹ ਵੇਦ, ਜਿਵੇਂ ਆਪਾਂ ਦੱਸਿਆ ਹੈ ਕਿ ਵੇਦ ਗੁਰਬਾਣੀ ਸਮਝਾਇਆ ਹੈ ਕਿ ਵੇਦ ਬ੍ਰਹਮੇ ਨੂੰ ਆਪ ਪ੍ਰਭੂ ਨੇ ਲਿਖਾਏ ਨੇ, ਕਿਉਂ ਕਰਨ ਵਾਲਾ ਆਪ ਹੈ। ਉਸ ਨੇ ਹੀ ਇਹ ਸਾਰਾ ਤਿਆਰ ਕੀਤਾ ਹੈ। ਰੁੱਤਾਂ ਆਉਂਦੀਆਂ ਨੇ, ਤਿਥੀਆਂ ਆਉਂਦੀਆਂ ਨੇ, ਦਿਨ ਆਉਂਦੇ ਨੇ, ਅਤੇ ਇਹ ਸਾਰਾ ਕੁਛ ਇਸ ਨੂੰ ਕਰਿਆ ਕਿਸ ਨੇ ਹੈ? ਪਰਮੇਸ਼ਰ ਨੇ ਆਪ ਹੀ, ਸੂਰਜ ਅਤੇ ਚੰਦਰਮਾ ਦੁਆਰਾ। ਸੂਰਜ ਦਾ ਰੋਲ ਜ਼ਿਆਦਾ ਹੈ ਇਸ ਵਿੱਚ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਇਹ ਸਲੋਕ ਸੀ। ਹੁਣ ਆਪਾਂ ਅੱਗੇ ਥਿਤੀ ਸ਼ੁਰੂ ਕਰਦੇ ਹਾਂ। ਥਿਤੀ ਦੇ ਵਿੱਚ ਪਹਿਲਾਂ ਆਪਾਂ ਰਹੋ ਪੰਕਤੀਆਂ ਨੂੰ ਵਿਚਾਰ ਲਈਏ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਪਏ ਮਨ ਨਿਰਮਲ, ਹਰ ਕੀਰਤਨ ਮੈਂ ਅੰਦਰ ਜਾਗਾ। ਸਾਰੀ ਦਾ ਜਿਹੜਾ ਸਾਰਾ ਅਰਥ ਰਹੋ ਪੰਕਤੀਆਂ ਦੇ ਵਿੱਚ ਹੁੰਦਾ ਹੈ, ਜਦੋਂ ਮਨ ਉਸ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਲੱਗ ਜਾਂਦਾ ਹੈ, ਕਿਉਂਕਿ ਉੱਥੋਂ ਉਸ ਦਾ ਰੰਗ ਮਨ ਨੂੰ ਚੜ੍ਹ ਜਾਂਦਾ ਹੈ। ਪ੍ਰਭੂ ਦਾ ਰੰਗ ਕਿਹੜਾ ਹੈ? ਮਜੀਠ ਦਾ ਰੰਗ ਹੈ। ਉੱਥੇ ਨਾਮ ਦਾ ਰੰਗ ਮਜੀਠ ਦਾ ਰੰਗ ਹੈ। ਉਹ ਰੰਗ ਫਿਰ ਮਨ ਨੂੰ ਚੜ੍ਹਦਾ ਹੈ। ਪਰ ਚੜ੍ਹਦਾ ਕਿਵੇਂ ਹੈ? ਸੰਤ ਪ੍ਰਸਾਦ ਪਏ ਮਨ ਨਿਰਮਲ। ਸੰਤਾਂ ਦਾ ਸੰਗ ਹੁੰਦਾ ਹੈ। ਸੰਤ ਫਿਰ ਸਾਨੂੰ ਗਿਆਨ ਦਿੰਦੇ ਨੇ, ਗੁਰ ਦਿੰਦੇ ਨੇ, ਅਤੇ ਉਹਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ। ਅਤੇ ਉਹ ਸਾਨੂੰ ਇੱਕ ਕੀਰਤਨ ਦੱਸਦੇ ਨੇ, ਨਿਰਵਾਣ ਕੀਰਤਨ। ਫਿਰ ਸਾਡਾ ਮਨ ਅਨੁਦਿਨ ਉਸ ਕੀਰਤਨ ਦੇ ਵਿੱਚ, ਜਿਸ ਨੂੰ ਹਰੀ ਦਾ ਕੀਰਤਨ, ਨਿਰਵਾਣ ਕੀਰਤਨ ਕਹਿ ਦਿੱਤਾ ਹੈ, ਮਨ ਜਾਗਦਾ ਹੈ। ਫਿਰ ਹਰੀ ਦੇ ਨਾਮ ਦਾ ਰੰਗ ਲੱਗਦਾ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਕੇ। ਆਓ ਹੁਣ ਸ਼ੁਰੂ ਕਰਦੇ ਹਾਂ ਆਪਾਂ ਥਿਤੀ। ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸਮਾਰੋ। ਜੇ ਸਾਨੂੰ ਅਗਿਆਨਤਾ ਦਾ ਅੰਧੇਰਾ ਹੈ, ਜਿਵੇਂ ਸੰਸਾਰ 'ਚ ਰਾਤ ਅੰਧੇਰਾ ਹੁੰਦਾ, ਇੱਦਾਂ ਹੀ ਜੇ ਸਾਨੂੰ ਕੋਈ ਗਿਆਨ ਨਹੀਂ ਹੈ, ਇੱਦਾਂ ਫਿਰ ਸਾਨੂੰ ਦੱਸਿਆ ਹੈ ਕਿ ਆਪਾਂ ਨੇ ਫਿਰ ਗਿਆਨ ਲੈਣਾ ਹੈ। ਆਪਣੇ ਅੰਦਰ ਸੰਸਾਰ ਦੀ ਆਸਾਂ ਛੱਡ ਕੇ ਮਾਲਕ ਦੀ ਆਸ ਪੈਦਾ ਕਰਨੀ ਹੈ। ਉਸ ਪ੍ਰਭੂ ਦਾ ਗਿਆਨ ਲੈਣਾ ਹੈ ਕਿ ਉਹ ਕਿਵੇਂ ਵਸਦਾ ਹੈ, ਕਿਹਨਾਂ ਤੋਂ ਮਿਲੂਗਾ, ਜਿਵੇਂ ਆਪਾਂ ਵਿਚਾਰ ਕੇ ਆਏ, ਸੰਤ ਜਨਾਂ ਤੋਂ। ਜੀਵਤ ਪਾਵੋ ਮੁੱਖ ਦੁਆਰ। ਇੱਦਾਂ ਫਿਰ ਜਦੋਂ ਗੁਰ ਦਾ ਗਿਆਨ ਲੈ ਕੇ ਉਸ ਨੂੰ ਸੰਭਾਲਾਂਗੇ, ਜੀਵਨ ਮੁਕਤੀ ਮਿਲ ਜਾਂਦੀ ਹੈ। ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਏਗਾ ਜਿਉਂਦਿਆਂ ਨੂੰ। ਜੀਵਤ ਪਾਵੋ ਮੁੱਖ ਦੁਆਰ, ਅਨਭਉ ਸ਼ਬਦ ਤਤ ਨਿਜ ਸਾਰ। ਅਨਭਉ ਪ੍ਰਸਾਦ, ਪ੍ਰਕਾਸ਼ ਜਿਹੜਾ ਹੈ, ਗਿਆਨ ਹੈ ਗੁਰ ਦਾ, ਅਨੁਭਵ ਕਿਵੇਂ ਹੋਏਗਾ? ਉਸ ਦਾ ਜਿਹੜਾ ਗਿਆਨ ਹੈ ਉਹੀ ਅਸਲੀ ਤੱਤ ਹੈ, ਨਿਜ। ਉੱਥੇ ਦਾ ਜਿਹੜਾ ਅਸਲੀ ਗਿਆਨ ਹੈ ਕਿ ਅਨੁਭਵ ਪ੍ਰਕਾਸ਼ ਨੂੰ ਕਿਵੇਂ ਦੇਖਣਾ ਹੈ, ਕਿਵੇਂ ਇੱਕ ਦ੍ਰਿਸ਼ਟ ਹੋਣਾ ਹੈ, ਕਿਵੇਂ ਆਪਾਂ ਧਿਆਨ ਲਗਾਉਣਾ ਹੈ, ਜਿੱਥੇ ਜਾ ਕੇ ਸਾਨੂੰ ਅਨੁਭਵ ਹੋਏਗਾ, ਕਿਉਂਕਿ ਅਨੁਭਵ ਪ੍ਰਕਾਸ਼ ਹੈ। ਉਹ ਤੱਤ ਗਿਆਨ ਹੈ। ਉਹ ਸੰਤਾਂ ਦੁਆਰਾ ਸਾਨੂੰ ਸਮਝਾਇਆ ਜਾਂਦਾ ਹੈ ਕਿਵੇਂ ਇੱਕ ਦ੍ਰਿਸ਼ਟ ਹੋਣਾ ਹੈ, ਕਿਵੇਂ ਆਪਾਂ ਧਿਆਨ ਲਗਾਉਣਾ ਹੈ, ਕਿਵੇਂ ਸਾਨੂੰ ਉਹ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋਏਗਾ। ਪਰਬਾ ਪ੍ਰੀਤਮ ਕਰੋ ਵਿਚਾਰ। ਸਭ ਤੋਂ ਪਹਿਲਾਂ ਆਪਾਂ ਮਾਲਕ ਪਰਮੇਸ਼ਰ, ਜਿਸ ਨੇ ਉਸ ਨੂੰ ਜਾਣ ਲਿਆ ਹੈ, ਉਸ ਨਾਲ ਮਿਲ ਕੇ ਆਪਾਂ ਵਿਚਾਰ ਕਰਾਂਗੇ ਉਸ ਪ੍ਰਭੂ ਦੀ। ਘਟ ਮੈਂ ਖੇਲਾ ਅਘਟ ਅਪਾਰ। ਕਿਉਂਕਿ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਦੇ ਹਿਰਦੇ 'ਚ ਵੀ ਵਸਦਾ ਹੈ, ਉਹਨਾਂ ਦੇ ਰਸਨਾ ਤੋਂ ਵੀ ਬੋਲਦਾ ਹੈ। ਇਸ ਕਰਕੇ ਉੱਥੇ ਮਿਲ ਕੇ ਉਹਨਾਂ ਦੁਆਰਾ ਫਿਰ ਉਹ
सानू ज्ञान कराउंदा है अपना करवाउण वाला आप ही है, लेकिन अपने जनां द्वारा, अपने भगतां द्वारा, संतां द्वारा। घट मैं खेला अकट अपार, तो वो परमेश्वर अपार है, एक घट है साडा, एक अकट है। अब घट भी जिसनूं कहा है 9 तरह का जिहड़ा शरीर है एक घट है, तो जिथों 10वां द्वार शुरू हो जाता है उसनूं अब घट क्या है, अकट क्या है। क्योंकि जिहड़ा 9 तरह का शरीर एक मिथ्या है, तो 10वां द्वार साडा बेअंत है। 10वें द्वार दे विच मालक बसता है, प्रगट हो जाता है। काल कल्पना कदे ना खाए, जिहड़ा जीव उत्थे समाया है, जिहदे हिरदे च आ वसिया है, ये जिहड़ा काल है जिसने सारे संसार नूं कल्पना दे विच पा के अपनी जकड़ च लिया है, जिहदे हिरदे च बस गया, उसनूं फिर ये नहीं खा सकता, काल नहीं खा सकता। आदि पुरख में रहे समाए, क्योंकि काल जिहड़ा है इसनूं छड्ड के, काल दे देश नूं छड्ड के, 9 दरां दे देश नूं छड्ड के आ घट दे विच वस गया है, उत्थे समा गया है प्रभु दे विच, उसनूं ये नहीं खा सकता। दुतिया दूर दूर कर जाने अंग, फिर जदों अपने घर च देखता है, फिर देखता है कि सारे पासे मालक है। पहला अंदर देखता है, फिर बाहर भी देखता है, हर पासे अंग संग है। माया ब्रह्म रमै सब संग, फिर सोझी हो जाती कि माया ते ब्रह्म दोनों रमे ने आपस दे विच। जिमें दुध है, पानी ते के रलिया है, जूती लाउंदे हाँ, घ्यो कढ़ लैंदे हाँ। इदां ही समाईयां हुई चीज़ां ने जो दिसदियां नहीं लेकिन हुंदियां ने। जिमें बालन है, लकड़ है, लकड़ दे विच अग है, दिसदी नहीं है। बनस्पति दे विच अग है, दिसदी नहीं है, प्रगट करनी पैंदी है। एक तीली ला दो, प्रगट हो जाती है। इदां ही पेट्रोल है, डीजल है, इन्हां विच भी अग है, दिसदी नहीं है। गैस का सिलेंडर है, अग है उस दे विच, दिसदी नहीं है। जे आपां अजोके समय दे नाल देखिए, इदां ही परमेश्वर सारियां विच है, दिसदा नहीं है। पर जिन्हां ने जान लिया, पहचान लिया, वो फिर देख लेंदे ने कि इकट्ठे ही वसते ने। ना वह बढ़े ना घटता जाए। वो परमेश्वर है, वाधा घटता नहीं है। माया वाधी घटती है, माया पैदा भी होंदी, खत्म भी होंदी, लेकिन परमेश्वर वाधा घटता नहीं है। अकुल निरंजन एक है पाए, वो एको अवस्था दे विच है। आकार है, इत्थे है, फिर ये छड्ड के उत्थे चले गया, लेकिन वो हर था मौजूद है, वो वाधा घटता नहीं है। तृतीया तीने सम कर लिया वै। हुण तृतीया है 3 3 भवन ने साडे, ते 3 साडे जिसनूं नाड़ियां कह दिता है, जिन्होंने नदियां भी क्या है, नाड़ियां भी क्या है। ईड़ा, पिंगला और सुखमना। जदों असीं दोनों नेत्रां नूं सम कर लैंदे हाँ, 3 गुणां तो छुड़ जाते हाँ, तो उत्थे ईड़ा पिंगला भी सानूं नज़र नहीं आउंदी, सिर्फ की रह जाता है सुखमना। 3 एक हो जांदियां ने इकट्ठियां। उसनूं कहा है कि जदों असीं 3 नूं इकट्ठियां कर लैंदे हाँ,
एक कर लेंदे हैं। तृतीया तीने सम कर लियावे, आनंद मूल परम पद पावे। फिर जो परमेश्वर है परम पद प्राप्त हो जाता है, जो आनंद का मूल है, जितों सानू सुख प्राप्त होना है। पर यह किस वास्ते है? जिहड़ा जीव नू अज्ञानता है, अंधेरा है, अमावस दे विच है, किवें उसने चलना है मालक वल नू, किवें अज्ञानता दूर करनी, किवें प्रभु नू मिलना है। उस दे वास्ते एक कदम ने अगे तो अगे चलन दे। साध संगत उपजा विश्वास। साधु जनां दी संगत दे विच, क्योंकि साधु जन दसदे ने किवें आपां इहनूं सम करना है। पर जिन्हां नूं उत्थे जाके विश्वास पैदा हो जाता, साधु जनां दे बचनां ते विश्वास पैदा हो जाता है, बाहर भीतर सदा प्रकाश, उसनूं अंदर भी बाहर भी हर पासे सदा प्रकाश दिसदा है, जिन्हां नूं विश्वास हो जाता है। इदां 3 कदम 3 पौड़ियां चल के चौथे पद विच पास हो जाता है। पर हुंदा किवें है कि ज्ञान लैके साधु जनां दी संगत दे विच, पर विश्वास करके। वो दसदे ने किवें आपां सम करना है नेत्रां नूं, किवें सुखमना ने प्रगट होना है। ईड़ा पिंगला और सुखमना 3 वसे 1 ठाई, बेनी संगम ते पराग मन मज्जन करे ते थाई, संतो तहां निरंजन राम है, गुरगम चीनै विरला कोई, तहां निरंजन रमैया होई। चौथा चंचल मन को गहो। हुण ये ज्ञान लैके फिर मन अपने आप नूं देखण दा जिहड़ा, उस नूं आपां अपने काबू करना, जिहड़ा चंचल मन है। काम क्रोध संग काबू ना बहो, कहंदे इस नूं अपने काबू च रखो। काम दे क्रोध दे संग कदे भी ना इस नूं बिठाओ। जल थल माहे आपे आप, फिर जल विच भी थल विच फिर सानू आपे आप दिसेगा। आपे जपो अपना जाप, फिर आप अपना जाप जपाउंदा है, अपने जनां द्वारा आप जपता है। पंच है पंच तत्व विस्तार, फिर भेत आ जाता है कि 5 तत्तां दा जिहड़ा विस्तार है उस प्रभु दे वल्लों कीता गया होया है, जो कि जुगां तो चले आ रहा है। कनक कामनी जुग व्यवहार, पर उस प्रभु ने इत्थे मन नूं भरमाउण वास्ते एक तां धन ते दूजा रूप, क्योंकि 2 कपड़े तैयार कर दिते ने, एक इस्त्री दा ते एक पुरख दा, ते मन आके इत्थे भरम दे विच पै जांदा है, फिर इन्हां नाल मोह पा लैंदा है। क्योंकि 5 तत्तां दे शरीर ने इत्थे आके जी फिर फस जाता है, मोह विच पै जाता है। पर इहदे विच ही आके महाराज समझाउंदे ने, प्रेम सुधा रस पीवै कोई। जे कोई विरला जीव, जिहड़ा जीव इत्थे प्रभु दे नाल प्रेम दा रस पींदा है, प्रेम दे विच मस्त रहिंदा है, जरा मरण दुख फिर ना होए। उसनूं जन्म मरण दा, क्योंकि जमेगा जवानी आउंदी है, बचपन अवस्था जवानी, फिर बुढ़ेपा आउंदा, फिर मौत आ जाती है, उसनूं ऐसे दुख नहीं होणगे। आओ हुण आपां थोड़ा अभ्यास करते हाँ, कल नूं फिर विचार लवांगे अगे, क्योंकि जे आपां सारा विचार लगे फिर आपां लेट हो जाएंगे। आओ किवें सम करके लियाउणा है, विचार आपां होर समझ लैंदे हाँ कि गुर दे ज्ञान द्वारा किवें आपां मिलना है, किवें आपां उस प्रभु नूं अंग संग देखना है।
ਕਿਵੇਂ ਆਪੇ ਦੀ ਪਹਿਚਾਣ ਕਰਨੀ ਹੈ, ਕਿਵੇਂ ਮਨ ਨੂੰ ਦਸਾਂ ਦਿਸ਼ਾਵਾਂ ਤੋਂ ਰੋਕਣਾ ਹੈ। ਇਹ ਸਾਰਾ ਅਭਿਆਸ ਹੈ ਜੋ ਦੋ ਨੇਤਰ ਨੇ, ਦੋ ਦੇ ਵਿੱਚ ਮਨ ਹੈ, ਦੋ ਜੋਤਾਂ ਦੇ ਵਿੱਚ, ਜਿਨ੍ਹਾਂ ਵਾਸਤੇ ਅਮਾਵਸ ਹੈ। ਕਿਉਂਕਿ ਅਮਾਵਸ ਵਾਲੇ ਜੀਵ ਆਪਣੀ ਸੰਗਤ ਦੇ ਵਿੱਚ ਥੋੜ੍ਹਾ ਕੋਈ ਨਵਾਂ ਹੋਏਗਾ, ਨਹੀਂ ਤਾਂ ਪੂਰਨਮ ਵਾਲੇ ਸਾਰੇ। ਲੇਕਿਨ ਜੇ ਕੋਈ ਅਮਾਵਸ ਵਾਲਾ, ਉਸ ਨੇ ਇਹ ਸਮਝਣ ਦੀ ਲੋੜ ਹੈ ਕਿ ਕਿਵੇਂ ਇਹ ਮਾਰਗ ਹੈ ਜਿਹੜਾ ਆਪਾਂ ਚੱਲਣਾ ਹੁੰਦਾ ਹੈ। ਅਮਾਵਸ ਕਦੋਂ ਹੁੰਦੀ ਹੈ? ਜਿਵੇਂ ਆਪਾਂ ਵਿਚਾਰ ਕੇ ਹਟੇ ਹਾਂ ਕਿ ਚੰਦਰਮਾ ਅਤੇ ਸੂਰਜ ਜਦੋਂ ਇੱਕੋ ਦਿਸ਼ਾ ਦੇ ਵਿੱਚ ਹੁੰਦੇ ਨੇ, ਇੱਦਾਂ ਹੀ ਸਾਡੇ ਸਰੀਰ ਦੇ ਵਿੱਚ ਇਹ ਦੋ ਨੇਤਰ ਨੇ, ਇਹਨਾਂ ਨੂੰ ਚੰਦਰਮਾ ਅਤੇ ਸੂਰਜ ਕਹਿ ਦਿੱਤਾ ਹੈ। ਇਹ ਸੂਰਜ ਹੈ ਸੱਜਾ, ਇਹ ਚੰਦਰਮਾ ਹੈ। ਹੁਣ ਇਹ ਦੋਨੋਂ ਹੀ ਇੱਕ ਦਿਸ਼ਾ ਦੇ ਵਿੱਚ ਨੇ। ਪੂਰਬ ਦੇ ਵਿੱਚ ਨੇ। ਇਸ ਕਰਕੇ ਇਹ ਸੂਰਜ ਦਾ ਚੰਦਰਮਾ 'ਤੇ ਪ੍ਰਕਾਸ਼ ਨਹੀਂ ਪੈਂਦਾ ਅਤੇ ਅਮਾਵਸ ਹੈ। ਹੁਣ ਆਪਾਂ ਕੀ ਕਰਨਾ ਹੁੰਦਾ ਹੈ? ਆਪਾਂ ਜਿਹੜਾ ਇਹ ਸੂਰਜ ਹੈ, ਆਪਣੇ ਸਰੀਰ ਦੀ ਜਿਹੜੀ ਦਿਸ਼ਾ ਹੈ, ਉੱਪਰ ਪੂਰਬ ਹੈ, ਇੱਧਰ ਪੱਛਮ ਹੈ, ਇੱਧਰ ਉੱਤਰ ਹੈ, ਇੱਧਰ ਦੱਖਣ ਹੈ। ਹੁਣ ਆਪਾਂ ਜਿਹੜਾ ਸੂਰਜ ਹੈ, ਇਸ ਨੂੰ ਪੱਛਮ ਵਾਲੇ ਪਾਸੇ ਲੈ ਆਉਣਾ। ਸੂਰਜ ਨੂੰ ਪੱਛਮ ਵਾਲੇ ਪਾਸੇ, ਪੂਰਬ ਵੱਲ ਚੰਦਰਮਾ ਰਹਿ ਜਾਏਗਾ, ਪੱਛਮ ਵਾਲੇ ਪਾਸੇ ਸੂਰਜ ਆ ਜਾਏਗਾ। ਇਸ ਦੀ ਕਿਰਨਾਂ ਇਸ 'ਤੇ ਪੈਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਚਮਕਣ ਲੱਗ ਜਾਏਗਾ ਅਤੇ ਪ੍ਰਕਾਸ਼ ਹੋ ਜਾਏਗਾ। ਪਰ ਹੋਏਗਾ ਕਿਵੇਂ? ਦੋਨਾਂ ਨੇਤਰਾਂ ਨੂੰ ਸਮ ਕਰਕੇ ਰੱਖਣਾ ਪਏਗਾ। ਅਕਲ ਲੈਣੀ ਪਏਗੀ, ਧਿਆਨ ਲਾਉਣਾ ਪਏਗਾ ਅਕਲ ਲੈ ਕੇ। ਮਹਾਰਾਜ ਸਮਝਾਉਂਦੇ ਨੇ, ਨਿਰਾਕਾਰ ਮੈਂ ਆਕਾਰ ਸਮਾਵੇ, ਅਕਲ ਕਲਾ ਸਚ ਸਾਸ ਟਿਕਾਵੇ, ਸੋ ਨਰ ਗਰਭ ਜੋਨ ਨਹੀਂ ਆਵੇ। ਸਸਿਅਰ ਕੇ ਕਰ ਸੋ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਜੋਗ ਜੁਗਤ ਦੀ, ਇਹਦੇ ਦੁਆਰਾ ਸੂਰਜ ਚੰਦਰਮਾ ਸਮਾਉਂਦਾ ਹੈ। ਸੋ ਇਹ ਦੋਨਾਂ ਨੂੰ ਇਸ ਪੁਆਇੰਟ 'ਤੇ ਜਿਹੜਾ ਪਿੰਗਲਾ ਹੈ ਅਤੇ ਸੁਖਨਾ, ਜਦੋਂ ਇਹ ਦਿਸ ਨੂੰ ਹਟ ਜਾਣ, ਸੁਖਨਾ ਪ੍ਰਗਟ ਹੋ ਜਾਂਦੀ ਹੈ, ਇਹ ਗਾਇਬ ਹੋ ਜਾਂਦੇ ਨੇ। ਨੱਕ ਦੇ ਦੋ ਸੁਰਾਂ ਨੇ ਜਿੱਥੋਂ ਸਵਾਸ ਲੈਂਦੇ, ਇਹ ਸਾਨੂੰ ਨਜ਼ਰ ਨਹੀਂ ਆਉਣਗੀਆਂ। ਫਿਰ ਕੀ ਹੁੰਦਾ ਕਿ ਸੁਖਨਾ ਪ੍ਰਗਟ ਹੋ ਜਾਂਦੀ, ਤਿੰਨੋਂ ਇੱਕ ਹੋ ਜਾਂਦੀਆਂ ਨੇ। ਪਰ ਇਸ ਨੂੰ ਜਦ ਤੱਕ ਇੱਕ ਦ੍ਰਿਸ਼ਟ ਨਹੀਂ, ਤਿੰਨ ਨਹੀਂ ਹੋਈ ਹੁੰਦੀਆਂ, ਆਪਾਂ ਦੇਖ ਨਹੀਂ ਸਕਦੇ ਉਸ ਨੂੰ। ਹੁਣ ਆਪਾਂ ਇਹ ਦੇਖਣਾ ਹੁੰਦਾ ਹੈ, ਜੇਕਰ ਕੋਈ ਨਵਾਂ ਜੀਵ ਹੈ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਇਹ ਦੇਖਣਾ ਹੈ ਕਿ ਸਾਡੇ ਇੱਕ ਹੋ ਗਈਆਂ ਨੇ, ਸਾਹਮਣੇ ਕਿ ਨਹੀਂ। ਜਦੋਂ ਇੱਥੇ ਧਿਆਨ ਲਾਵਾਂਗੇ ਅਤੇ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ, ਕਿਉਂਕਿ ਨੱਕ ਜਿੰਨੀ ਦੇਰ ਦਿਸਦਾ, ਈੜਾ ਅਤੇ ਪਿੰਗਲਾ ਦਿਸਦੀਆਂ ਨੇ। ਕਿਸੇ ਦਾ ਧਿਆਨ ਇਸ ਪਾਸੇ ਜ਼ਿਆਦਾ ਹੈ, ਈੜਾ ਵੱਲ, ਕਿਸੇ ਦਾ ਪਿੰਗਲਾ ਵੱਲ ਹੈ, ਕਿਸੇ ਦਾ ਸੱਜੇ ਪਾਸੇ ਹੈ, ਕਿਸੇ ਦਾ ਖੱਬੇ ਪਾਸੇ ਹੈ। ਜੇ ਨੱਕ ਸੱਜੇ ਪਾਸਿਓਂ ਨਜ਼ਰ ਆਉਂਦਾ ਹੈ, ਫਿਰ ਇਸ ਦਾ ਧਿਆਨ ਸੱਜੇ ਪਾਸੇ ਹੈ, ਤਮੋ ਗੁਣ ਹੈ। ਜੇ ਖੱਬੇ ਪਾਸੇ ਨਜ਼ਰ ਆਉਂਦਾ ਹੈ, ਫਿਰ ਰਜੋ ਗੁਣ ਹੈ। ਜੇ ਦੋਨੋਂ ਪਾਸੇ ਤੋਂ ਨਜ਼ਰ ਆਉਂਦਾ ਹੈ, ਸਤੋ ਗੁਣ ਹੈ। ਜਦੋਂ ਇੱਕ ਹੋ ਗਈਆਂ, ਨੱਕ ਨਹੀਂ ਦਿਸੇਗਾ, ਦੋਨੋਂ ਨੇਤਰ ਇੱਕ ਹੋ ਗਏ। ਇੰਨਾ ਆਪਾਂ ਸਮਝਣਾ ਆਪਣੇ ਆਪ ਨੂੰ। ਪਹਿਲਾਂ ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ। ਜੇ ਦਿਸਦਾ, ਕਿਸ ਪਾਸੇ ਤੋਂ ਦਿਸਦਾ ਹੈ, ਖੱਬੇ ਜਾਂ ਸੱਜੇ ਜਾਂ ਦੋਨੇ ਪਾਸੇ ਤੋਂ। ਇੰਨਾ ਆਪਣੇ ਆਪ ਨੂੰ ਪਹਿਚਾਣਨ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਅਤੇ ਆਪਾਂ ਸਾਹਮਣੇ ਦੇਖਣਾ ਹੈ।
फिर आप जी ਨੂੰ आवाज़ देवांगा कि ध्यान मस्तक के सामने लै जाओ तो आप पलका उत्ते चुक फिर जदों कहांगा सामने फिर वापस सामने फिर जदों कहांगे सम करके देखो फिर इस पॉइंट ते दृष्टि फोकस करके देखना है। जेकर कोई नवा जीव जे उसनूं पहला नक दिसदा ध्यान लाउण तो बाद जे विश्वास करूँगे तो फिर एक दृष्ट हो जाएंगे। फिर सानू प्रकाश हो जाएगा। सो आओ नेत्र सम करके दृष्टि फोकस करके अपने आप नूं देखिए। और सामने लेके आइए ध्यान, सामने देखिए। मस्तक दे सामने लै जाओ, पलका उत्ते चुक। फिर सामने लेके आइए। फिर सम करके देखिए, दृष्टि फोकस करके अपने आप को देखिए। देखना है जो कोई नवा जीव नक नज़र आउंदा सी कि हुण नज़र आउणों हट गया।
नीचे लै जो ध्यान, बिल्कुल रिलैक्स देखना है। नीचे आपां जिथे भी बैठे हाँ, जो थले विछया है, चादर है, फर्श है, जो भी है, उस तो थोड़ा ऊपर देखने की कोशिश करनी है। इत्थे सानू अनुभव होना शुरू होएगा, प्रकाश का होएगा कि मैं जल्दी नहीं आई, पानी की तरह एक हलचल अनुभव होएगी। और सम करके देखिए अपने आप ਨੂੰ, दृष्टि फोकस करके अपने आप ਨੂੰ देखो, सम करके नेत्र। फिर नीचे लाए जो ध्यान, फिर सम करके देखिए अपने आप ਨੂੰ।
फिर नीचे ले जो ध्यान। और सम करके देखिए अपने आप ਨੂੰ फिर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਜਦੋਂ ਅਭਿਆਸ ਕਰਦੇ ਹਾਂ ਵਿਸ਼ਵਾਸ ਦੇ ਨਾਲ, ਫਿਰ ਪਹਿਲਾਂ ਆਪਾਂ ਅੰਤਰਗਤ ਜਾਂਦੇ ਹਾਂ। ਇੱਥੇ ਪ੍ਰਕਾਸ਼ ਹੁੰਦਾ ਹੈ, ਫਿਰ ਬਾਹਰ ਵੀ ਅੰਤਰ ਭੀਤਰ, ਅੰਤਰ ਬਾਹਰ ਸਦਾ ਪ੍ਰਕਾਸ਼, ਫਿਰ ਸਾਰੇ ਪਾਸੇ ਪ੍ਰਕਾਸ਼ ਹੋ ਜਾਂਦਾ ਹੈ। ਖੇਡ ਹੈ ਵਿਸ਼ਵਾਸ ਦਾ। ਇਸ ਕਰਕੇ ਆਪਾਂ ਮੰਨ ਰਹੇ ਗੁਰਬਾਣੀ ਨੂੰ ਵਿਚਾਰ ਰਹੇ ਹਾਂ ਕਿ ਕਿਵੇਂ ਅਗਿਆਨਤਾ ਦੂਰ ਕਰਨੀ ਹੈ, ਕਿਵੇਂ ਆਪਾਂ ਸਦਾ ਪ੍ਰਕਾਸ਼ ਦੇ ਵਿੱਚ ਰਹਿ ਸਕਦੇ ਹਾਂ। ਇਹ ਜੀਵਨ ਰੂਪੀ ਇਸ ਜੀਵਨ ਜਿਹੜਾ ਇਸ ਨੂੰ ਰਾਤ ਕਿਹਾ ਹੈ, ਕਿਵੇਂ ਰਾਤ ਦੇ ਵਿੱਚ ਸਾਡੇ ਚੰਦਰਮਾ ਦਾ ਪ੍ਰਕਾਸ਼ ਰਹੇ। ਅੰਧੇਰੇ ਦੇ ਵਿੱਚ ਪਰਮ ਪੈਂਦੇ ਨੇ, ਚਾਨਣ ਦੇ ਵਿੱਚ ਪਰਮ ਨਹੀਂ ਪੈਂਦਾ। ਜਦੋਂ ਪ੍ਰਕਾਸ਼ ਹੋ ਜਾਏਗਾ ਪਰਮ ਦੂਰ ਹੋ ਜਾਣਗੇ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।